ਧਰਨੇ ਪ੍ਰਦਰਸ਼ਨ ਦੇਖਿਆ ਜੀ ਹੱਕੀ ਮੰਗਾਂ ਦੇ ਲਈ। ਜੇ ਨਰਸਾਂ ਦਾ ਹੈ ਤਾਂ ਉਹਦੇ ਵਿੱਚ ਨਰਸਾਂ ਸ਼ਮੂਲੀਅਤ ਕਰਦੀਆਂ ਨੇ, ਜਾਂ ਕੋਈ ਬਿਜਲੀ ਮਹਿਕਮੇ ਦਾ ਹੈ ਜਾਂ ਕਿਸੇ ਹੋਰ ਦਾ ਵੀ, ਮਤਲਬ ਕਿ ਜਿਸ ਵਿਭਾਗ ਦਾ ਉਸ ਤਰ੍ਹਾਂ ਦੇ ਬੰਦੇ ਸ਼ਾਮਲ ਹੁੰਦੇ ਨੇ। ਕਿਸਾਨਾਂ ਦਾ ਇਕੱਠ ਜੀ ਤੇ ਵਿਦਵਾਨ ਲੋਕ ਕਿਵੇਂ, ਤੇ ਅੱਜ ਦੇ ਇਕੱਠ ਤੋਂ ਅੱਜ ਦੀ ਇਕੱਤਰਤਾ ਤੋਂ ਕੀ ਲੱਗਿਆ ਜੀ ਵੀ ਸ਼ਹਿਰੀ ਜਿਹੜੇ ਹੈਗੇ ਨੇ ਉਹ ਜਾਗਰੂਕ ਨੇ ਜੀ? ਜੇ ਸਾਰੇ ਘਰਾਂ ਤੱਕ ਅੱਗ ਨਹੀਂ ਪਹੁੰਚੀ। ਇਹ ਸੁਚੇਤ ਹੋਣ ਦੇ ਲਈ ਸਾਨੂੰ ਇੰਨਾ ਟਾਈਮ ਹੋ ਗਿਆ ਜੀ, ਤੇ ਇੰਨੇ ਸਮੇਂ ਬਾਅਦ ਵੀ ਸਾਨੂੰ ਜਾ ਕੇ ਹਲੂਣੇ ਦੇਣੇ ਪੈ ਰਹੇ ਨੇ ਵੀ ਯਾਰ ਨਹੀਂ ਸਾਨੂੰ ਮਾਰ ਦੇਣਗੇ, ਤੇ ਆਓ ਪੜ੍ਹੇ ਲਿਖੇ ਵੀ ਜਿਹੜੇ ਹੈਗੇ ਨੇ ਉਹ ਵੀ ਘਰਾਂ ਦੇ ਵਿੱਚ ਨੇ। ਆਪਣੀਆਂ ਪੰਜਾਬ ਮੰਡੀ ਬੋਰਡ FCI ਹੈ, ਜਦੋਂ ਇਹ ਖਤਮ ਹੋਣਗੀਆਂ ਤਾਂ ਪੰਜਾਬ ਨੂੰ ਤਕਰੀਬਨ 4.5 ਕਰੋੜ ਦਾ ਘਾਟਾ ਪੈਂਦਾ, ਤੇ ਉਹ ਜਿਹੜਾ 4.5 ਕਰੋੜ ਦਾ ਘਾਟਾ ਹੈ ਉਹ ਪੰਜਾਬ ਦੇ ਲੋਕਾਂ 'ਚੋਂ ਨਿਕਲਣਾ ਹੈ। ਤੇ ਉਹ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਜਿਹੜੇ ਸਟੇਟ ਦੇ ਉੱਪਰ ਨੌਕਰੀਆਂ ਕਰਨ ਵਾਲੇ, ਚਾਹੇ ਅਧਿਆਪਕ ਵਰਗ ਆ, ਚਾਹੇ ਹੋਰ ਕਰਮਚਾਰੀ ਆ, ਤੇ ਚਾਹੇ ਪੁਲਿਸ ਵਾਲੇ ਆ, ਤਨਖਾਹਾਂ ਇਹਨਾਂ ਦੀਆਂ 'ਚ ਵੀ ਕੱਟੇ ਜਾਣੇ ਨੇ। ਪ੍ਰਭਾਵਿਤ ਇਹ ਵੀ ਹੋਣਗੇ, ਪਰ ਅਜੇ ਤੱਕ ਉਹ ਹੋਏ ਨਹੀਂ ਆ, ਤੇ ਉਹ ਮਹਿਸੂਸ ਕਰਦੇ ਕਿ ਅਸੀਂ ਸੇਫ ਜ਼ੋਨ ਦੇ ਵਿੱਚ। ਭਾਜਪਾ ਆਗੂ ਲਗਾਤਾਰ ਕਹਿ ਰਹੇ ਨੇ ਵੀ ਜਿਹੜੇ ਕਹਿ ਰਹੇ ਨੇ ਨਾ ਵੀ MSP ਖਤਮ ਹੋ ਜਾਣੀ ਜੀ, ਮੰਡੀਆਂ ਖਤਮ ਹੋਣੀਆਂ, ਉਹ ਕਾਂਗਰਸ ਦੇ ਏਜੰਟ ਆ। ਤੇ ਸੁਖਪ੍ਰੀਤ ਸਿੰਘ ਉਦੋਂ ਕੇ ਵੀ ਕਾਂਗਰਸ ਦੇ ਏਜੰਟ ਬਣ ਗਏ ਜੀ। ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਸੱਚ ਬੋਲਣੇ ਦੇ ਨਾਲ ਕਾਂਗਰਸ ਦਾ ਏਜੰਟ ਸ਼ਬਦ ਦਾ ਟੱਪਾ ਲੱਗਦਾ ਹੈ, ਤੇ ਅੱਜ ਦੇ ਦਿਨ ਮੈਨੂੰ ਲਵਾਉਣ 'ਤੇ ਕੋਈ ਇਤਰਾਜ਼ ਨਹੀਂ ਹੈ, ਭਾਵੇਂ ਮੈਂ ਕਦੀ ਆਪਣੀ ਜ਼ਿੰਦਗੀ 'ਚ ਕਾਂਗਰਸ ਨੂੰ ਵੋਟ ਨਹੀਂ ਪਾਈ। ਅਫਸੋਸ ਦੇ ਨਾਲ, ਚਲੋ ਇੱਕ ਮਾਣ ਦੀ ਵੀ ਗੱਲ ਹੈ ਵੀ ਅਸੀਂ ਕਲਾਕਾਰ ਭਾਈ ਵੀ ਆ ਗਏ ਆ, ਤੁਹਾਡੇ ਉੱਤੇ ਮਾਣ ਕਰਦੇ ਹਾਂ, ਤੁਸੀਂ ਸਿੱਖ ਵਿਦਵਾਨ ਹੋਣ ਦੇ ਨਾਤੇ ਆਏ ਹੋ। ਪਰ ਸਾਡੇ ਸਿੱਖ ਪ੍ਰਚਾਰਕਾਂ ਦਾ ਨਹੀਂ ਜੀ ਸੁਣਿਆ ਅਜਿਹਾ ਵੀ ਇੱਕ ਜੀ ਸੰਘਰਸ਼ ਜੀ ਜਿੱਥੇ ਕਲਾਕਾਰਾਂ ਦਾ ਚੱਲ ਰਿਹਾ, ਤਾਂ ਇੱਕ ਪਾਸੇ ਜੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਆਏ ਹੋਏ ਨੇ ਜੀ, ਹੋਰ ਪ੍ਰਚਾਰਕ ਨੇ ਜੀ, ਜਾਂ ਫਿਰ ਸ੍ਰੀ ਕੇਸਗੜ੍ਹ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਲੱਗ ਬੈਠੇ ਨੇ ਜੀ, ਅਜਿਹਾ ਨਹੀਂ ਸੁਣਿਆ। लगी अगर तेरे सीने में छुरी नहीं तो ये ना समझ शहर की हालत बुरी नहीं। मैं तो समझदा कि किसी समय कार सेवा वाले बाबिਆਂ ਨੂੰ ਵੀ ਨਿਕਲਣਾ ਪੈਣਾ ਹੈ ਕਿ ਜਦੋਂ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਸੈਕਸ਼ਨ ਤੇ ਕਾਰਪੋਰੇਟ ਅਦਾਰਿਆਂ ਕੋਲ ਹੋਣੀਆਂ ਤੇ ਕਾਰ ਸੇਵਾ ਦੇ ਨਾਂ ਤੇ ਬੋਰੀਆਂ ਨਹੀਂ ਭਰੀਆਂ ਜਾਣੀਆਂ। ਲੁਧਿਆਣਾ ਵਿਖੇ ਅੱਜ ਪੰਜਾਬ ਦਾ ਸ਼ਹਿਰੀ ਕਿਸਾਨ ਦੇ ਨਾਲ ਸਲੋਗਨ ਤਲੇ ਇੱਕ ਪ੍ਰੋਗਰਾਮ ਹੁੰਦਾ ਹੈ। ਪੰਜਾਬ ਦੇ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਸ਼ਹਿਰੀ ਲੋਕ ਇਕੱਤਰ ਹੁੰਦੇ ਨੇ, ਇਕੱਠ ਹੁੰਦਾ ਹੈ, ਅਤੇ ਉਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਵੀ ਆਉਂਦੀਆਂ ਨੇ, ਜਿਨ੍ਹਾਂ ਦੇ ਵਿੱਚ ਸਿੱਖ ਵਿਦਵਾਨ ਸਰਦਾਰ ਸੁਖਪ੍ਰੀਤ ਸਿੰਘ ਉਦੋਂਕੇ ਵੀ ਸ਼ਾਮਿਲ ਸਨ, ਅਤੇ ਇਸ ਵੇਲੇ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ। ਮਿਹਰਬਾਨੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਦੋਂਕੇ ਸਾਹਿਬ, ਬਹੁਤ ਧਰਨੇ ਪ੍ਰਦਰਸ਼ਨ ਦੇਖਿਆ ਜੀ ਹੱਕੀ ਮੰਗਾਂ ਦੇ ਲਈ। ਜੇ ਨਰਸਾਂ ਦਾ ਹੈ ਤਾਂ ਉਹਦੇ ਵਿੱਚ ਨਰਸਾਂ ਸ਼ਮੂਲੀਅਤ ਕਰਦੀਆਂ ਨੇ, ਜਾਂ ਕੋਈ ਬਿਜਲੀ ਮਹਿਕਮੇ ਦਾ ਹੈ ਜਾਂ ਕਿਸੇ ਹੋਰ ਦਾ ਵੀ, ਮਤਲਬ ਕਿ ਜਿਸ ਵਿਭਾਗ ਦਾ ਉਸ ਤਰ੍ਹਾਂ ਦੇ ਬੰਦੇ ਸ਼ਾਮਲ ਹੁੰਦੇ ਨੇ। ਕਿਸਾਨਾਂ ਦਾ ਇਕੱਠ ਜੀ ਤੇ ਵਿਦਵਾਨ ਲੋਕ ਕਿਵੇਂ? ਵੇਖੋ ਵਿੱਚ ਹੀ ਪਹਿਲਾਂ ਵੀ ਜਿਹੜੇ ਕਿਸਾਨਾਂ ਦੇ ਇਕੱਠ ਹੋਏ ਨੇ, ਵਿਦਵਾਨ ਤਾਂ ਉੱਥੇ ਵੀ ਗਏ ਨੇ, ਪਰ ਇੱਥੇ ਸਭ ਤੋਂ ਵੱਡੀ ਅਹਿਮੀਅਤ ਇਹ ਸੀਗੀ ਕਿ ਅਸੀਂ ਮਹਿਸੂਸ ਕਰ ਰਹੇ ਸੀ ਕਿ ਇਸ ਸਾਰੇ ਹੀ ਸੰਘਰਸ਼ ਨੂੰ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਕੁਝ ਲੋਕਾਂ ਦੇ ਵੱਲੋਂ ਜਿਵੇਂ ਕਿ ਸਿਰਫ ਇਹ ਪੇਂਡੂ ਕਿਸਾਨਾਂ ਦਾ ਹੀ ਕੋਈ ਮੋਰਚਾ ਹੈ, ਤੇ ਇਹ ਨਹੀਂ ਸੀ ਦੱਸਿਆ ਜਾ ਰਿਹਾ ਕਿ ਜੇਕਰ ਪੰਜਾਬ ਦੇ ਅਰਥਚਾਰੇ ਦੇ ਉੱਪਰ ਪੰਜਾਬ ਦੀ ਕਿਸਾਨੀ ਕਰਕੇ ਕੋਈ ਫਰਕ ਪੈਂਦਾ ਹੈ ਤਾਂ ਇਹ ਫਰਕ ਕੇਵਲ ਤੇ ਕੇਵਲ ਪੰਜਾਬ ਦੀ ਕਿਸਾਨੀ ਦੇ ਉੱਪਰ ਨਹੀਂ ਹੈ, ਉਹਦੇ ਨਾਲ ਜੁੜਿਆ ਹੋਇਆ ਜਿੰਨਾ ਹੋਰ ਵਰਗ ਹੈ, ਉਹ ਚਾਹੇ ਕਿਰਤੀ ਮਜ਼ਦੂਰ ਹੈ, ਚਾਹੇ ਉਹ ਦੂਸਰਾ ਮਜ਼ਦੂਰ ਹੈ, ਚਾਹੇ ਉਹ ਰੇਹੜੀ ਵਾਲਾ ਜਾਂ ਸ਼ਹਿਰ ਦਾ ਛੋਟਾ ਦੁਕਾਨਦਾਰ ਹੈ, ਇਹਦੇ ਸਾਰੇ ਉੱਪਰ ਅਸਰ ਪਵੇਗਾ। ਹੁਣ ਸ਼ਹਿਰਾਂ ਦੇ ਵਿੱਚ ਵੀ ਜਿਹੜੇ ਨੇ ਵੱਡੇ ਵੱਡੇ ਮਾਲ ਨੇ, ਉਹਨਾਂ ਦੀ ਜਿਹੜੀ ਮਲਕੀਅਤ ਹੈ ਕੁਝ ਲੋਕਾਂ ਤੱਕ ਸੀਮਤ ਹੈ, ਪਰ ਬਹੁਤ ਲੋਕ ਛੋਟੇ ਦੁਕਾਨਦਾਰ ਨੇ। ਸੋ ਸਾਡਾ ਇਹ ਨਿਸ਼ਾਨਾ ਸੀ ਕਿ ਇਹਨਾਂ ਲੋਕਾਂ ਨੂੰ ਵੀ ਇਸ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇ। ਇਹਦੇ ਕਰਕੇ ਕੋਸ਼ਿਸ਼ ਕੀਤੀ ਗਈ ਸੀਗੀ ਵੀ ਕਿਸਾਨ ਨਹੀਂ ਬਲਕਿ ਪੰਜਾਬ ਦੀ ਕਿਸਾਨੀ ਦੇ ਨਾਲ ਜੁੜੇ ਹੋਏ, ਮੈਂ ਤਾਂ ਕਹਿੰਦਾ ਹੁੰਦਾ ਕਿ ਫਰੈਂਚ ਫਰਾਈ ਤੋਂ ਲੈ ਕੇ ਟਿੱਕੀਆਂ ਵਾਲੇ ਤੱਕ, ਉਹ ਜਿਹੜੇ ਸਾਰੇ ਨੇ ਉਹ ਸਾਰੇ ਇਸ ਸੰਘਰਸ਼ ਦਾ ਹਿੱਸਾ ਬਣਨੇ ਚਾਹੀਦੇ ਨੇ, ਤਾਂ ਕਿ ਲੋਕਾਂ ਤੱਕ ਇਹ ਗੱਲ ਪਹੁੰਚ ਜਾਵੇ ਕਿ ਇਹ ਜਿਹੜਾ ਹਮਲਾ ਹੈ ਪੰਜਾਬ ਦੀ ਆਰਥਿਕਤਾ ਤੇ ਹਮਲਾ ਹੈ, ਤੇ ਕਿਸੇ ਵੀ ਸਟੇਟ ਦੀ ਜਦੋਂ ਆਰਥਿਕਤਾ ਟੁੱਟਦੀ ਹੈ ਤਾਂ ਕੋਈ ਵੀ ਇੱਕ ਵਰਗ ਨਹੀਂ ਬਲਕਿ ਸਾਰੇ ਵਰਗ ਪ੍ਰਭਾਵਿਤ ਹੁੰਦੇ ਨੇ। ਤੇ ਅੱਜ ਦੇ ਇਕੱਠ ਤੋਂ ਅੱਜ ਦੀ ਇਕੱਤਰਤਾ ਤੋਂ ਕੀ ਲੱਗਿਆ ਜੀ ਵੀ ਸ਼ਹਿਰੀ ਜਿਹੜੇ ਹੈਗੇ ਨੇ ਉਹ ਜਾਗਰੂਕ ਨੇ ਜੀ? ਵੇਖੋ ਵੀਰ ਜੀ, ਮੇਰੇ ਖਿਆਲ ਦੇ ਨਾਲ ਸ਼ਮੂਲੀਅਤ, ਜਿਸ ਤਰ੍ਹਾਂ ਅਸੀਂ ਬੜਾ ਸ਼ਾਰਟ ਇੱਕ ਨੋਟਿਸ ਦੇ ਉੱਪਰ ਪ੍ਰੋਗਰਾਮ ਰੱਖਿਆ ਸੀ, ਸ਼ਮੂਲੀਅਤ ਤੋਂ ਲੱਗਦਾ ਹੈ ਕਿ ਜਾਗਰੂਕ ਹੀ ਹੋਣਗੇ, ਪਰ ਘੱਟ ਵੀ ਹੋਣ ਤਾਂ ਜਿਹੜੀ ਮੈਨੂੰ ਇਹਦੇ ਵਿੱਚ ਇੱਕ ਪੋਜ਼ੀਟਿਵ ਚੀਜ਼ ਪਤਾ ਕੀ ਲੱਗਦੀ ਹੈ ਕਿ ਇਹਦੇ ਵਿੱਚ ਬੈਠਾ ਹੋਇਆ ਯੂਨੀਵਰਸਿਟੀਆਂ ਔਰ ਕਾਲਜਾਂ ਦਾ ਜਿਹੜਾ ਯੂਥ ਸੀ ਨਾ, ਜੇ ਉਹਦੇ ਖਾਨੇ 'ਚ ਗੱਲ ਪੈ ਜਾਵੇ, ਜੇ ਉਹਨੂੰ ਸਮਝ ਲੱਗ ਜਾਵੇ ਕਿ ਇਹ ਜਿਹੜੇ ਤਿੰਨੇ ਆਰਡੀਨੈਂਸ ਤੋਂ ਬਿੱਲ ਬਣੇ ਨੇ, ਇਹਦੇ ਵਿੱਚ ਐਗਰੀਮੈਂਟ ਜਿਹੜੀ ਐਗਰੀਕਲਚਰ ਸਿਸਟਮ ਹੈ ਉਹਦਾ ਨੁਕਸਾਨ ਕੀ ਹੈ, ਐਸੈਂਸ਼ੀਅਲ ਕਮੋਡਿਟੀ ਐਕਟ ਦਾ ਨੁਕਸਾਨ ਕੀ ਹੈ, ਇਹਦੇ ਵਿੱਚ ਜਿਹੜੀਆਂ ਅਮੈਂਡਮੈਂਟਸ ਹੋਈਆਂ ਨੇ ਉਹ ਅੱਗੇ ਵਾਸਤੇ ਅਮੀਰਾਂ ਨੂੰ ਅਮੀਰ ਤੇ ਗਰੀਬਾਂ ਨੂੰ ਗਰੀਬ ਹੋਣ ਦਾ ਰਾਹ ਕਿਵੇਂ ਖੋਲ੍ਹਣਗੀਆਂ, ਤੇ ਮੇਰੇ ਖਿਆਲ ਦੇ ਨਾਲ ਜੇ ਇਹ ਨੌਜਵਾਨ ਵਰਗ ਸੁਚੇਤ ਹੋ ਜਾਵੇ ਤਾਂ ਇਹ ਕਾਫੀ ਹੋਰਾਂ ਤੱਕ ਉਸ ਗੱਲ ਨੂੰ ਲੈ ਕੇ
ਜਾ ਸਕਦਾ ਹੈ। ਇਹ ਸੁਚੇਤ ਹੋਣ ਦੇ ਲਈ ਸਾਨੂੰ ਇੰਨਾ ਟਾਈਮ ਹੋ ਗਿਆ ਜੀ, ਤੇ ਇੰਨੇ ਸਮੇਂ ਬਾਅਦ ਵੀ ਸਾਨੂੰ ਜਾ ਕੇ ਹਲੂਣੇ ਦੇਣੇ ਪੈ ਰਹੇ ਨੇ ਵੀ ਯਾਰ ਨਹੀਂ ਸਾਨੂੰ ਮਾਰ ਦੇਣਗੇ, ਤੇ ਆਓ ਪੜ੍ਹੇ ਲਿਖੇ ਵੀ ਜਿਹੜੇ ਹੈਗੇ ਨੇ ਉਹ ਵੀ ਘਰਾਂ ਦੇ ਵਿੱਚ ਨੇ ਅਜੇ ਤੱਕ। ਮਤਲਬ ਕਿ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ? ਉਹ ਜਿਵੇਂ ਕਹਿੰਦੇ ਹੁੰਦੇ ਨਾ ਕਿ ਅਜੇ ਸਾਰੇ ਘਰਾਂ ਤੱਕ ਅੱਗ ਨਹੀਂ ਪਹੁੰਚੀ, ਅਜੇ ਜਿੰਨਾ ਤੱਕ ਅੱਗ ਪਹੁੰਚੀ ਹੈ ਅਜੇ ਸੇਕ ਉਹਨਾਂ ਨੂੰ ਲੱਗ ਰਿਹਾ ਹੈ ਨਾ। ਤਾਂ ਉਹਦੇ ਕਰਕੇ ਵੇਖੋ, ਅੱਗ ਤਾਂ ਮੈਂ ਕਹਿ ਵੀ ਦਿੱਤਾ ਸੀਗਾ ਕਿ ਜੇਕਰ ਹੁਣ ਇਹ ਸਾਰਾ ਸਿਸਟਮ ਮੰਨ ਲਓ ਕਿ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਨੂੰ ਖਤਮ ਕਰਦੇ ਹੋ, ਤੇ ਓਬਵੀਅਸਲੀ ਉਹਦੇ ਵਿੱਚ ਜਿਹੜੀਆਂ ਮੀਡੀਏਟਰ ਜਿਹੜੀਆਂ ਸੰਸਥਾਵਾਂ ਨੇ ਪੰਜਾਬ ਦੀਆਂ, ਪੰਜਾਬ ਮੰਡੀ ਬੋਰਡ, FCI ਹੈ, ਜਦੋਂ ਇਹ ਖਤਮ ਹੋਣਗੀਆਂ ਤਾਂ ਪੰਜਾਬ ਨੂੰ ਤਕਰੀਬਨ 4.5 ਕਰੋੜ ਦਾ ਘਾਟਾ ਪੈਂਦਾ, ਤੇ ਉਹ ਜਿਹੜਾ 4.5 ਕਰੋੜ ਦਾ ਘਾਟਾ ਹੈ ਉਹ ਪੰਜਾਬ ਦੇ ਲੋਕਾਂ 'ਚੋਂ ਨਿਕਲਣਾ ਹੈ। ਤੇ ਉਹ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਜਿਹੜੇ ਸਟੇਟ ਦੇ ਉੱਪਰ ਨੌਕਰੀਆਂ ਕਰਨ ਵਾਲੇ, ਚਾਹੇ ਅਧਿਆਪਕ ਵਰਗ ਆ, ਚਾਹੇ ਹੋਰ ਕਰਮਚਾਰੀ ਆ, ਤੇ ਚਾਹੇ ਪੁਲਿਸ ਵਾਲੇ ਆ, ਤਨਖਾਹਾਂ ਇਹਨਾਂ ਦੀਆਂ 'ਚ ਵੀ ਕੱਟੇ ਜਾਣੇ ਨੇ, ਪ੍ਰਭਾਵਿਤ ਇਹ ਵੀ ਹੋਣਗੇ। ਪਰ ਅਜੇ ਤੱਕ ਉਹ ਹੋਏ ਨਹੀਂ ਆ ਤੇ ਮਹਿਸੂਸ ਕਰਦੇ ਕਿ ਅਸੀਂ ਸੇਫ ਜ਼ੋਨ ਦੇ ਵਿੱਚ। ਸਭ ਤੋਂ ਵੱਡੀ ਗੱਲ ਇਹ MSP ਨੂੰ ਖਤਮ ਕਰਨ ਦੀ ਤੁਸੀਂ ਗੱਲ ਕਹੀ ਹੈ, ਪਰ ਭਾਜਪਾ ਆਗੂ ਲਗਾਤਾਰ ਕਹਿ ਰਹੇ ਨੇ ਵੀ ਜਿਹੜੇ ਕਹਿ ਰਹੇ ਨੇ ਨਾ ਵੀ MSP ਖਤਮ ਹੋ ਜਾਣੀ ਜੀ, ਮੰਡੀਆਂ ਖਤਮ ਹੋਣੀਆਂ, ਉਹ ਕਾਂਗਰਸ ਦੇ ਏਜੰਟ ਆ। ਤੇ ਸੁਖਪ੍ਰੀਤ ਸਿੰਘ ਉਦੋਂ ਕੇ ਵੀ ਕਾਂਗਰਸ ਦੇ ਏਜੰਟ ਬਣ ਗਏ ਜੀ। ਬਿਲਕੁਲ, ਮੈਂ ਕਹਿੰਦਾ ਕਿ ਜੇਕਰ ਭਾਜਪਾ ਦੀਆਂ ਨੀਤੀਆਂ ਦੇ ਖਿਲਾਫ ਸੱਚ ਬੋਲਣੇ ਦੇ ਨਾਲ ਕਾਂਗਰਸ ਦਾ ਏਜੰਟ ਸ਼ਬਦ ਦਾ ਟੱਪਾ ਲੱਗਦਾ ਤੇ ਅੱਜ ਦੇ ਦਿਨ ਮੈਨੂੰ ਲਵਾਉਣ 'ਤੇ ਕੋਈ ਇਤਰਾਜ਼ ਨਹੀਂ ਹੈ, ਭਾਵੇਂ ਮੈਂ ਕਦੀ ਆਪਣੀ ਜ਼ਿੰਦਗੀ 'ਚ ਕਾਂਗਰਸ ਨੂੰ ਵੋਟ ਨਹੀਂ ਪਾਈ। ਪਰ ਮੈਂ ਤੁਹਾਨੂੰ ਇੱਕ ਗੱਲ ਕਹਿੰਦਾ, ਉਹਨਾਂ ਦੀ ਇਹ ਗੱਲ ਕਹਿਣੀ ਕਿ ਮਿਨੀਮਮ ਸਪੋਰਟ ਪ੍ਰਾਈਸ ਖਤਮ ਨਹੀਂ ਹੋਵੇਗਾ, ਇਹ ਤਾਂ ਰਹਿ ਸਕਦਾ ਹੈ ਜੇਕਰ ਤੁਸੀਂ ਉਹਦੇ ਵਿੱਚ ਕਿਸਾਨਾਂ ਨੂੰ ਜਿਹੜੀ ਇੰਪੋਰਟ ਤੇ ਐਕਸਪੋਰਟ, ਜਿਹੜੀ ਇੰਟਰ ਸਟੇਟ ਜਿਹੜੀ ਵਪਾਰ ਦੀ ਖੋਲ੍ਹ ਹੈ ਉਹਨੂੰ ਬੰਦ ਕਰੋ। ਜਿੰਨਾ ਚਿਰ ਤੱਕ ਤੁਸੀਂ ਇੱਕ ਬੰਨੇ ਤੇ ਕਹਿ ਦਿੱਤਾ ਕਿ ਤੁਸੀਂ ਆਪਣੀ ਜਿਨਸ ਨੂੰ ਕਿਸੇ ਵੀ ਮੰਡੀ 'ਚ ਲਿਜਾ ਕੇ ਵੇਚ ਸਕਦੇ ਹੋ, ਫਿਰ ਇਹ ਜਿਹੜੇ MSP ਕਹਿ ਦੇਣਾ ਕਿ MSP ਰਹੇਗਾ, ਇਹ ਕਦੀ ਜਿਉਂਦਾ ਰਹਿ ਹੀ ਨਹੀਂ ਸਕਦਾ। ਕਿਉਂਕਿ ਜਦੋਂ ਬਾਹਰੀ ਸਟੇਟਾਂ ਦੇ ਵਿੱਚੋਂ ਤੁਸੀਂ ਜਰਾਇਤੀ ਜਿਹੜੀ ਜਿਨਸ ਹੈ ਉਹਨੂੰ ਲਿਆ ਕੇ ਵੇਚਣ ਦੀ ਖੁੱਲ੍ਹ ਦੇ ਦਿੱਤੀ, ਪੰਜਾਬ ਦੇ ਵਿੱਚ ਮੰਨ ਲਓ ਮਿਨੀਮਮ ਸਪੋਰਟ ਪ੍ਰਾਈਸ ਕਿਸੇ ਚੀਜ਼ ਦਾ 500 ਰੁਪਈਆ ਹੈ, ਰਾਜਸਥਾਨ ਦੇ ਵਿੱਚ 300 ਹੈ, ਤੇ ਅਬੋਰ ਤੱਕ ਗੰਗਾ ਨਗਰ ਵਾਲੇ ਨੂੰ ਜਿਨਸ ਲਿਆਉਂਦਾ ਕਿੰਨਾ ਕੁ ਟਾਈਮ ਲੱਗੇਗਾ? ਸੋ ਇਹ ਸਿਸਟਮ ਸਰਵਾਈਵ ਕਰ ਹੀ ਨਹੀਂ ਸਕਦਾ, ਝੂਠ ਬੋਲਿਆ ਜਾ ਰਿਹਾ ਬਿਲਕੁਲ ਜੀ। ਤੇ ਲਗਾਤਾਰ ਕਿਸਾਨ ਮੋਰਚਿਆਂ ਦੇ ਵਿੱਚ ਨੇ ਬਹੁਤ ਸਾਰੇ ਲੋਕ ਤਾਂ ਇਹ ਕਹਿ ਰਹੇ ਨੇ ਵੀ ਜੇ ਸਾਡਾ ਦਿਮਾਗ ਗਰਮ ਹੋ ਗਿਆ ਅਸੀਂ ਇਹ ਕਰ ਦਾਂਗੇ, ਮੋਦੀ ਨੂੰ ਐਵੇਂ ਕਰ ਦਾਂਗੇ। ਪਰ ਤੁਸੀਂ ਇੱਕ ਇਤਿਹਾਸਕਾਰ ਹੋ, ਤੁਹਾਨੂੰ ਤੁਸੀਂ ਪਿਛੋਕੜ ਦੇ ਵਿੱਚ ਜੇਕਰ ਗੱਲ ਕਰੀਏ, ਕਿਉਂਕਿ ਕੋਈ ਵੀ ਚੀਜ਼ ਨੂੰ ਜਿੱਤਣਾ ਤਾਂ ਭੂਤ ਦੇ ਵਿੱਚੋਂ ਅਜਿਹੀਆਂ ਘਟਨਾਵਾਂ ਦੇ ਹਵਾਲੇ ਲੈਣੇ ਪੈਂਦੇ ਨੇ ਵੀ ਉਹਨਾਂ ਨੇ ਮੋਰਚਾ ਕਿਵੇਂ ਫਤਿਹ ਕੀਤਾ। ਇਤਿਹਾਸ ਦੇ ਵਿੱਚੋਂ ਕੁਝ ਅਜਿਹੇ ਹਵਾਲੇ ਮਿਲਦੇ ਨੇ ਵੀ ਜਿਹੇ ਮੋਰਚੇ ਲੱਗੇ ਹੁਣ ਤੇ ਜਿੱਤ ਕਿਵੇਂ ਪ੍ਰਾਪਤ ਕੀਤੀ ਗਈ। ਵੇਖੋ, ਜਿਹੜੇ ਸਿੱਖ ਇਤਿਹਾਸ ਦੇ ਜਿੰਨੇ ਵੀ ਮੋਰਚੇ ਨੇ, ਅਸੀਂ ਚਾਹੇ ਚਾਬੀਆਂ ਦੇ ਮੋਰਚੇ ਦੀ ਗੱਲ ਕਰਦੇ ਹਾਂ, ਚਾਹੇ ਅਸੀਂ ਉਸ ਤੋਂ ਬਾਅਦ ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਕਰਦੇ ਹਾਂ, ਅਸੀਂ ਆਪਣੇ ਗੁਰੂ ਕੇ ਬਾਗ ਮੋਰਚੇ ਦੀ ਗੱਲ ਕਰਦੇ ਹਾਂ, ਅਸੀਂ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ। ਜੇਕਰ ਤੁਹਾਡੀ ਸਮੂਹਿਕ ਚੇਤਨਤਾ ਆਪਣੇ ਨਿਸ਼ਾਨੇ ਪ੍ਰਤੀ ਕੇਂਦਰਿਤ ਹੈ ਤੇ ਤੁਸੀਂ ਸਟੇਟ ਨੂੰ ਮੌਕਾ ਨਹੀਂ ਦਿੰਦੇ। ਵੇਖੋ, ਬੇਸ਼ੱਕ ਸਟੇਟ ਤਾਂ ਮੌਕਾ ਲੈ ਲੈਂਦੀ ਹੈ, ਉਹਨਾਂ ਜਲਿਆਂਵਾਲੇ ਬਾਗ ਦੇ ਵਿੱਚ ਵੀ ਗੋਲੀਆਂ ਚਲਾ ਲਈਆਂ, ਉਹਨਾਂ ਨੇ ਗੁਰੂ ਕੇ ਬਾਗ ਦੇ ਵਿੱਚ ਵੀ ਟਾਂਗਾਂ ਚਲਾ ਲਈਆਂ, ਤੇ ਸਾਡੇ ਉੱਪਰ ਮਹੰਤ ਨੇ, ਬੇਸ਼ੱਕ ਨਰੈਣੂ ਮਹੰਤ ਨੇ ਸਾਡੇ ਉੱਪਰ ਗੋਲੀਆਂ ਵੀ ਚਲਾਈਆਂ ਨਨਕਾਣਾ ਸਾਹਿਬ ਦੇ ਸਾਕੇ ਦੇ ਵਿੱਚ। ਪਰ ਗੱਲ ਇਹ ਹੁੰਦੀ ਹੈ ਕਿ ਥੋੜਾ ਨੁਕਸਾਨ ਕਰਾ ਕੇ ਵੀ ਤੁਸੀਂ ਆਪਣੇ ਕੇਂਦਰਿਤ ਨਿਸ਼ਾਨੇ ਤੱਕ ਤੁਸੀਂ ਵੱਧ ਸਕਦੇ ਹੋ। ਸੋ ਇਤਿਹਾਸ ਦੇ ਵਿੱਚ ਇਵੇਂ ਦੀਆਂ ਬਹੁਤ ਜਿਹੜੀਆਂ ਨੇ ਸਾਨੂੰ ਉਹ ਘਟਨਾਵਾਂ ਜਾਂ ਜਾਣਕਾਰੀਆਂ ਮਿਲ ਸਕਦੀਆਂ ਨੇ। ਪਰ ਉਹਦੇ 'ਚ ਇੱਕ ਬੜੀ ਅਹਿਮ ਗੱਲ ਸੀ, ਜਿਹੜੇ ਉਹ ਮੋਰਚੇ ਲੱਗਦੇ ਸੀ ਨਾ, ਉਦੋਂ ਜਿਹੜੀ ਕੌਮ ਦੀ ਕਲੈਕਟਿਵ ਕੌਨਸ਼ੀਅਸਨੈਸ ਸੀ, ਜਿਹੜੀ ਸਮੂਹਿਕ ਚੇਤਨਤਾ ਸੀ, ਉਹਦੇ ਕੋਲ ਇੱਕ ਰੂਪ ਤੇ ਇੱਕ ਵਿਧ ਹੁੰਦੀ ਸੀ, ਜਿਹੜੀ ਅੱਜ ਸਾਨੂੰ ਨਜ਼ਰ ਨਹੀਂ ਆ ਰਹੀ ਕਿ ਕੋਈ ਪਾਰਟੀ ਕਿਸੇ ਨਜ਼ਰੀਏ ਤੋਂ ਗੱਲ ਕਰ ਰਹੀ ਹੈ, ਕੋਈ ਕੁਛ ਕਰ ਰਹੀ ਹੈ, ਕੁਛ ਕਹਿ ਰਹੀ ਹੈ। ਯੂਥ ਜਿਹੜਾ ਹੈ ਉਹ ਸੱਚਮੁੱਚ ਹੀ ਪੰਜਾਬ ਦੀ ਆਰਥਿਕਤਾ ਦੇ ਵਾਸਤੇ ਕੁਛ ਕਰਨਾ ਚਾਹੁੰਦਾ ਹੈ, ਪਰ ਉਹਨੂੰ ਜਿਹੜੇ ਰਹਿਬਰ ਨੇ, ਜਿਹੜੇ ਰਾਹ ਵਿਖਾਉਣ ਵਾਲੇ ਨੇ, ਉਹਨਾਂ ਦੇ ਕੋਲ ਸਮੂਹਿਕ ਚੇਤਨਤਾ ਨਹੀਂ ਹੈ ਕਿ ਉਹਨੂੰ ਦਿੱਤਾ ਕੀ ਜਾਵੇ। ਬਿਲਕੁਲ। ਤੇ ਵੀਰ ਜੀ, ਆਪਾਂ ਸਿੱਖਾਂ ਨੇ ਬਹੁਤ ਸਾਰੇ ਮੋਰਚੇ ਫਤਿਹ ਕੀਤੇ ਨੇ। ਅੱਜ ਅਫਸੋਸ ਦੇ ਨਾਲ, ਚਲੋ ਇੱਕ ਮਾਣ ਦੀ ਵੀ ਗੱਲ ਹੈ ਵੀ ਅਸੀਂ ਕਲਾਕਾਰ ਭਾਈ ਵੀ ਆ ਗਏ ਆ, ਤੁਹਾਡੇ ਉੱਤੇ ਮਾਣ ਕਰਦੇ ਹਾਂ, ਤੁਸੀਂ ਸਿੱਖ ਵਿਦਵਾਨ ਹੋਣ ਦੇ ਨਾਤੇ ਆਏ ਹੋ। ਪਰ ਸਾਡੇ ਸਿੱਖ ਪ੍ਰਚਾਰਕਾਂ ਦਾ ਨਹੀਂ ਜੀ ਸੁਣਿਆ ਅਜਿਹਾ ਵੀ ਇੱਕ ਜੀ ਸੰਘਰਸ਼ ਜੀ ਜਿੱਥੇ ਕਲਾਕਾਰਾਂ ਦਾ ਚੱਲ ਰਿਹਾ, ਤਾਂ ਇੱਕ ਪਾਸੇ ਜੀ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਆਏ ਹੋਏ ਨੇ ਜੀ, ਹੋਰ ਪ੍ਰਚਾਰਕ ਨੇ ਜੀ, ਜਾਂ ਫਿਰ ਸ੍ਰੀ ਕੇਸਗੜ੍ਹ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਅਲੱਗ ਬੈਠੇ ਨੇ ਜੀ, ਅਜਿਹਾ ਨਹੀਂ ਸੁਣਿਆ। मैं पंजाबी च कਹਾਂ तो कोई शेर है ना कि लगी अगर तेरे सीने में छुरी नहीं तो ये ना समझ शहर की हालत बुरी नहीं। मैं तो समझदा कि किसी समय कार सेवा वाले बाबिਆਂ ਨੂੰ ਵੀ ਨਿਕਲਣਾ ਪੈਣਾ ਹੈ ਕਿ ਜਦੋਂ ਤੁਹਾਡੀਆਂ ਜ਼ਮੀਨਾਂ ਕਾਰਪੋਰੇਟ ਸੈਕਸ਼ਨ ਤੇ ਕਾਰਪੋਰੇਟ ਅਦਾਰਿਆਂ ਕੋਲ ਹੋਣੀਆਂ ਤੇ ਕਾਰ ਸੇਵਾ ਦੇ ਨਾਂ ਤੇ ਬੋਰੀਆਂ ਨਹੀਂ ਭਰੀਆਂ ਜਾਣੀਆਂ। ਸੋ ਨਿਕਲਣਾ ਤਾਂ ਸਾਰਿਆਂ ਨੂੰ ਪੈਣਾ। ਇਹ ਗੱਲ ਵੱਖਰੀ ਹੈ, ਕੋਈ ਪਹਿਲਾਂ ਨਿਕਲਿਆ ਕੋਈ ਬਾਅਦ ਨਿਕਲਿਆ, ਤੇ ਮੈਂ ਤਾਂ ਸਾਰੇ ਵੀਰਾਂ ਨੂੰ ਨਹੀਂ, ਕਾਫੀ ਪ੍ਰਚਾਰਕ ਵੀਰ ਮੈਂ ਵੇਖਿਆ ਕਿ ਮੀਡੀਆ ਦੇ ਉੱਪਰੋਂ ਲੱਗੇ ਹੋਏ ਨੇ, ਉਹ ਧਰਨਿਆਂ 'ਚ ਜਾ ਕੇ ਬੋਲ ਵੀ ਰਹੇ ਨੇ, ਪਰ ਸਮੂਹਿਕ ਰੂਪ ਦੇ ਵਿੱਚ ਵੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਮੀਡੀਆ ਤੇ ਤੋਂ ਵੀ ਜਾਣਾ
ਜਾਣਾ ਚਾਹੀਦਾ ਨਾ ਇੱਕ ਸੰਦੇਸ਼, ਤਾਂ ਕਿ ਹੋਰ ਵੀ ਜਿਹੜੇ ਬੈਠੇ ਨੇ ਘਰਾਂ ਦੇ ਵਿੱਚ ਇਕੱਲੇ ਦੇ ਨਾਲ ਉਹ ਸੰਦੇਸ਼ ਨਹੀਂ ਜਾਂਦਾ। ਜਿਵੇਂ ਹੁਣ ਗਰੁੱਪ ਦੇ ਵਿੱਚੋਂ ਜੀ ਤੁਸੀਂ ਸਾਰੇ, ਤਾਂ ਇੱਕ ਸੰਦੇਸ਼ ਅਲੱਗ ਤੋਂ ਜਾਂਦਾ ਵੀ ਹਾਂ। ਬਿਲਕੁਲ ਵੀਰ ਜੀ, ਇਹ ਤਾਂ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਵੀ, ਜਿੱਥੇ ਵੀ ਦੇਖੋ ਕਵੀਸ਼ਰ ਸਾਹਿਬਾਵਾਂ ਨੇ, ਢਾਡੀ ਸਭਾਵਾਂ ਨੇ, ਬਹੁਤ ਸਾਰੀਆਂ ਸੰਸਥਾਵਾਂ ਪ੍ਰਚਾਰਕਾਂ ਦੀਆਂ ਬਣੀਆਂ ਹੋਈਆਂ ਨੇ, ਉਹਨਾਂ ਨੂੰ ਵੀ ਸਮੂਹਿਕ ਰੂਪ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਜਿਹੜੀ ਹੈ ਉਹ ਸ਼ਮੂਲੀਅਤ ਕਰਨੀ ਚਾਹੀਦੀ ਹੈ। ਵੇਖੋ ਪ੍ਰਭਾਵਿਤ ਜਦੋਂ ਕਿਸਾਨ ਹੋਵੇਗਾ ਤੇ ਓਬਵੀਅਸਲੀ ਸਭ ਕੁਝ ਹੋਵੇਗਾ। ਤੁਸੀਂ ਇੱਕ ਗੱਲ ਵੇਖ ਲਓ ਕਿ ਰੇਹੜੀ ਦੇ ਉੱਪਰੋਂ ਤੁਸੀਂ ਇੱਕ ਸੇਬ ਨਹੀਂ ਚੁੱਕ ਸਕਦੇ ਤੇ ਜੱਟ ਦੇ ਖੇਤਾਂ 'ਚੋਂ ਜਾ ਕੇ ਤੁਸੀਂ ਬੋਰੀਆਂ ਵੀ ਕਣਕ ਦੀਆਂ ਭਰ ਲੈਂਦੇ ਹੋ। ਸੋ ਕਿਤੇ ਨਾ ਕਿਤੇ ਤੁਹਾਨੂੰ ਇਹ ਤੇ ਵੇਖਣਾ ਪਵੇਗਾ ਨਾ ਕਿ ਕਾਰਪੋਰੇਟ ਸੈਕਸ਼ਨ ਦੇ ਵਿੱਚ ਇੱਕ ਚੀਜ਼ ਨੂੰ ਮੁੱਲ ਦੇ ਹਿਸਾਬ ਦੇ ਨਾਲ ਵੇਖਿਆ ਜਾਂਦਾ ਹੈ ਤੇ ਪੰਜਾਬ ਦਾ ਜਿਹੜਾ ਕਿਸਾਨ ਹੈ ਵਿਚਾਰਾ, ਉਹ ਤਾਂ ਮੇਰੇ ਖਿਆਲ ਦੇ ਨਾਲ ਇੱਕ ਕਹਾਵਤ ਵੀ ਬਣੀ ਹੈ ਵੀ ਉਹ ਗੰਨਾ ਨਹੀਂ ਦਿੰਦਾ, ਭੇਲੀ ਦੇ ਦਿੰਦਾ, ਰੋੜੀ ਦੇ ਦਿੰਦਾ। ਇਹਦਾ ਮਤਲਬ ਵੀ ਤੁਸੀਂ ਘੱਟ ਮੰਗਦੇ ਹੋ, ਤੁਹਾਨੂੰ ਵੱਧ ਦੇ ਦਿੰਦਾ। ਸੋ ਪੰਜਾਬ ਦੀ ਉਸ ਫਿਤਰਤ ਨੂੰ ਸਮਝਣਾ ਚਾਹੀਦਾ ਤੇ ਉਹਦੇ ਨਾਲ ਖਲੋਣਾ ਚਾਹੀਦਾ ਹੈ। ਤੇ ਹੁਣ ਕਿਵੇਂ ਲੱਗਦਾ ਜੀ, ਮਤਲਬ ਕਿ ਤੁਹਾਨੂੰ, ਕਿਉਂਕਿ ਬਹੁਤ ਸਮਝ ਕੇ ਚੱਲਣ ਦੀ ਲੋੜ ਹੈ ਤੇ ਲਗਾਤਾਰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਹੋਣ ਲੱਗੀਆਂ ਜੀ। ਕਿਹਾ ਜਾ ਰਿਹਾ ਵੀ ਪੰਜਾਬ ਦੇ ਜਿਹੜੇ ਸਿੱਖ ਨੇ ਉਹ ਹਿੰਦੂਆਂ ਦੇ ਨਾਲ ਪੰਜਾਬ ਦੇ ਵਿੱਚ ਧੱਕਾ ਕਰਨ ਲੱਗ ਪਏ। ਬਿਲਕੁਲ ਵੀਰ ਜੀ, ਇਹ ਗਲਤ ਗੱਲ ਕੀਤੀ ਜਾ ਰਹੀ ਹੈ। ਤੁਸੀਂ ਵੇਖਿਆ ਕਿ ਮੋਸਟਲੀ ਹਿੰਦੂਆਂ ਦੇ ਬੱਚੇ ਸੀ, ਹਿੰਦੂਆਂ ਦੇ ਬੱਚੇ ਬੱਚੀਆਂ ਸਾਡੇ ਨਾਲ ਵੀ ਸੀਗੇ ਸਟੇਜ ਤੇ ਬੋਲਣ ਵਾਲਿਆਂ 'ਚ, ਬੈਠਣ ਵਾਲਿਆਂ ਦੇ ਵਿੱਚ। ਵੇਖੋ ਸਟੇਟ ਦੇ ਕੋਲ ਇੱਕ ਬਹੁਤ ਵੱਡਾ ਜਿਹੜਾ ਨਾ ਅੱਜ ਦੇ ਸਮੇਂ ਜਿਹੜੀ ਏਕਾ ਕੇਂਦਰਿਤ ਸਟੇਟ ਹੈ, ਜਿੱਥੇ ਹਿੰਦੂ ਰਾਜ, ਹਿੰਦੂਤਵ, ਹਿੰਦੀ ਬੋਲੀ, ਹਿੰਦੂ ਸਟੇਟ, ਜਿਹੜੀ ਇਹ ਗੱਲ ਕੀਤੀ ਜਾਂਦੀ ਹੈ ਨਾ, ਉਹਦੇ ਵਿੱਚ ਇੱਕ ਖਾਸ ਕਮਿਊਨਿਟੀ ਨੂੰ ਜੇ ਤੁਸੀਂ ਆਪਣੇ ਨਾਲ ਰੱਖਣਾ ਤੇ ਉਹਦੇ ਵਿੱਚ ਜਿਹੜੀ ਫੀਅਰਨੈਸ ਦੀ ਜਿਹੜੀ ਰਾਜਨੀਤੀ ਹੁੰਦੀ ਨਾ, ਭੈ ਦੀ ਰਾਜਨੀਤੀ, ਉਹ ਸਭ ਤੋਂ ਕਾਮਯਾਬ ਫੈਕਟਰ ਹੁੰਦੀ ਹੈ। ਤੇ ਉਹੀ ਰਾਜਨੀਤੀ ਹੁਣ ਇੱਥੇ ਖੇਡੀ ਜਾ ਰਹੀ ਹੈ, ਡਰ ਦੀ। ਉਹਨਾਂ ਦੇ ਮਨਾਂ ਦੇ ਵਿੱਚ ਇੱਕ ਭੈ ਪੈਦਾ ਕੀਤਾ ਜਾ ਰਿਹਾ ਵੀ ਕਿਸਾਨ ਅੰਦੋਲਨ ਜਿਹੜਾ ਹੈ ਨਾ, ਉਹ ਤੁਹਾਡੇ ਵਾਸਤੇ ਖਤਰਾ ਹੈ, ਇਹ ਤਾਂ ਸਿੱਖਾਂ ਦਾ ਅੰਦੋਲਨ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਦੀ ਭੈ ਦੀ ਰਾਜਨੀਤੀ ਹੈ ਉਹ ਧਰਮਯੁੱਧ ਮੋਰਚੇ ਦੇ ਸਮੇਂ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ ਕੀਤੀ ਗਈ, ਬਿਲਕੁਲ ਉਸੇ ਤਰ੍ਹਾਂ ਦਾ ਜਿਹੜਾ ਵਾ ਉਹ ਸਾਡੇ ਸਾਹਮਣੇ ਜਿਹੜੇ ਰੁਝਾਨ ਉਹਨਾਂ ਦੇ ਆ ਰਹੇ ਨੇ ਕਿ ਇੱਕ ਖਾਸ ਵਰਗ ਦੇ ਵਿੱਚ ਇੱਕ ਡਰ ਪੈਦਾ ਕੀਤਾ ਜਾ ਰਿਹਾ, ਜਦੋਂ ਕਿ ਡਰ ਪੈਦਾ ਕਰਨ ਦੀ ਲੋੜ ਨਹੀਂ। ਅਸੀਂ ਤਾਂ ਉਸ ਵਰਗ ਨੂੰ ਕਹਿ ਰਹੇ ਹਾਂ ਕਿ ਸਮੱਸਿਆ ਤੁਹਾਡੀ ਵੀ ਸਾਂਝੀ ਹੈ, ਇਕੱਠੇ ਲੜੀਏ। ਹਾਂ ਬਿਲਕੁਲ, ਕਿਉਂਕਿ ਲਗਾਤਾਰ ਜੇ ਗੱਲ ਕੋਈ ਧਾਰਮਿਕ ਜਾਂ ਸਿੱਖ ਲਿਟਰੇਚਰ ਦੀ ਹੁੰਦੀ ਤਾਂ ਮੰਨੀ ਜਾਂਦੀ, ਪਰ ਗੱਲ ਹੈ ਜੀ ਕਣਕ ਜੀਰੀ ਦੀ, ਜਾਂ ਇਹ ਤਾਂ ਹਿੰਦੂ ਵੀ ਖਾਂਦਾ, ਮੁਸਲਿਮ ਵੀ ਖਾਂਦਾ ਹੈ ਜੀ, ਸਿੱਖ ਵੀ ਖਾਂਦੇ। ਬਿਲਕੁਲ ਜੀ, ਇਹ ਤਾਂ ਸਾਰਿਆਂ ਦਾ ਸਾਂਝਾ ਹੈ। ਉਹ ਕਹਿੰਦਾ ਕਿ ਆਰਥਿਕਤਾ ਦੀ ਗੱਲ ਹੈ, ਇਹ ਧਰਮ ਦੀ ਕੋਈ ਰਾਜਨੀਤੀ ਦੀ ਕੋਈ ਐਵੇਂ ਦੀ ਗੱਲ ਨਹੀਂ ਹੈ, ਪੰਜਾਬ ਦੀ ਆਰਥਿਕਤਾ ਦੀ ਗੱਲ ਹੈ ਤੇ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪਵੇਗਾ। ਬਹੁਤ ਸ਼ੁਕਰੀਆ, ਮਿਹਰਬਾਨੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਫਤਿਹ। ਇਹ ਸਨ ਸਿੱਖ ਵਿਦਵਾਨ ਸਰਦਾਰ ਸੁਖਪ੍ਰੀਤ ਸਿੰਘ ਉਦੋਕੇ, ਜਿਨ੍ਹਾਂ ਦੇ ਵੱਲੋਂ ਬਹੁਤ ਵਧੀਆ ਵਿਚਾਰ ਦਿੱਤੇ ਗਏ ਨੇ, ਕਿਉਂਕਿ ਸੋਚ ਕੇ ਸਮਝ ਕੇ ਚੱਲਣ ਦੀ ਹੁਣ ਲੋੜ ਹੈ। ਹੁਣ ਬਹੁਤ ਸਾਰੀਆਂ ਭੜਕਾਊ ਬਿਆਨਬਾਜ਼ੀਆਂ ਵੀ ਹੋਣਗੀਆਂ, ਹਮਲੇ ਵੀ ਹੋਣਗੇ। ਇਹਨਾਂ ਹਮਲਿਆਂ ਦੇ ਵਿੱਚ ਕਿਸਾਨਾਂ ਨੂੰ ਵੀ ਸਾਜ਼ਿਸ਼ ਦਾ ਨਿਸ਼ਾਨਾ ਜਿਹੜਾ ਬਣਾਇਆ ਜਾਵੇਗਾ ਵੀ ਹਾਂਜੀ ਇਹ ਕਰ ਰਹੇ ਨੇ, ਪਰ ਇੱਥੇ ਬਹੁਤ ਸੋਚ ਕੇ ਚੱਲਣ ਦੀ ਲੋੜ ਹੈ, ਬਹੁਤ ਸਮਝ ਕੇ ਚੱਲਣ ਦੀ ਲੋੜ ਹੈ। ਪਿਛੋਕੜ ਵੇਖਣਾ ਪਵੇਗਾ ਵੀ ਜੇ ਜਦੋਂ ਮੋਰਚੇ ਲੱਗੇ ਨੇ, ਅਜਿਹੇ ਸੰਘਰਸ਼ ਹੋਏ ਨੇ, ਤਾਂ ਫਤਿਹ ਜਿਹੜੇ ਮੋਰਚੇ ਹੋਏ ਨੇ ਉਹਨਾਂ ਦੇ ਉੱਤੇ ਫਤਿਹ ਜਿੱਤ ਕਿਵੇਂ ਪ੍ਰਾਪਤ ਕੀਤੀ ਗਈ। ਸੱਜਣ ਸਿੰਘ ਸੈਣੀ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਲੁਧਿਆਣਾ।